ਮਹਾਭਾਰਤ ਵਿੱਚ ਜਦੋਂ ਯੁਧਿਸ਼ਠਰ ਜੂਏ ਵਿੱਚ ਸਭ ਕੁਝ ਹਾਰ ਕੇ ਨਿਰਾਸ਼ ਹੋ ਜਾਂਦਾ ਹੈ ਤਾਂ ਵਿਰੇਧਸ਼ਵ ਨਾਂ ਦਾ ਵਿਅਕਤੀ ਉਸਨੂੰ ਇੱਕ ਕਹਾਣੀ ਸੁਣਾ ਕੇ ਧੀਰਜ ਦਿੰਦਾ ਹੈ। ਇਹ ਕਹਾਣੀ ਇਸ ਪ੍ਰਕਾਰ ਹੈ। ਨਿਸ਼ਦ ਦੇਸ਼ ਦੇ ਰਾਜੇ ਵੀਰ ਸੈਨ ਦਾ ਪੁੱਤਰ ਨਲ ਤੇਜਮਈ, ਗੁਣਵਾਨ, ਸੁੰਦਰ, ਬਲਵਾਨ ਤੇ ਘੋੜੇ ਦੌੜਾਉਣ ਵਿੱਚ ਮਾਹਿਰ ਸੀ। ਇਸੇ ਤਰ੍ਹਾਂ ਦੂਜੇ ਪਾਸੇ ਵਿਦਰਭ ਦੇਸ਼ ਦੇ ਰਾਜੇ ਭੀਮ ਦੀ ਰਾਜਕੁਮਾਰੀ ਦਮਯੰਤੀ ਰੂਪਮਤੀ ਤੇ ਬੁੱਧੀਮਾਨ ਹੋਣ ਦੇ ਨਾਲ ਹੋਰ ਗੁਣਾਂ ਦੀ ਮਾਲਕ ਵੀ ਸੀ। ਨਲ ਅਤੇ ਦਮਯੰਤੀ ਆਪਣੇ ਗੁਣਾਂ ਕਾਰਨ ਛੇਤੀ ਹੀ ਪ੍ਰਸਿੱਧ ਹੋ ਗਏ। ਉਹਨਾਂ ਨੂੰ ਆਪ ਵੀ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗਾ ਤੇ ਉਹ ਬਿਨਾਂ ਮਿਲੇ ਹੀ ਹੌਲੀ ਇੱਕ ਦੂਜੇ ਨਾਲ ਲਗਾਉ ਮਹਿਸੂਸ ਕਰਨ ਲੱਗੇ। ਦਮਯੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਇੱਕ ਸੁਅੰਬਰ ਕੀਤਾ। ਦਮਯੰਤੀ ਨਾਲ ਵਿਆਹ ਦੀ ਇੱਛਾ ਨਾਲ ਦੂਰੋਂ ਰਾਜੇ, ਰਾਜਕੁਮਾਰ ਅਤੇ ਰਾਜਿਆਂ ਦਾ ਰੂਪ ਧਾਰ ਕੇ ਦੇਵਤੇ ਵੀ ਪਹੁੰਚੇ। ਦਮਯੰਤੀ ਮਨ ਵਿੱਚ ਨਲ ਨੂੰ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ। ਅਚੰਭਾ ਇਹ ਹੋਇਆ ਕਿ ਜਦੋਂ ਸੁਅੰਬਰ ਸਮੇਂ ਉਹ ਰਾਜੇ ਨਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸਨੂੰ ਇੱਕ ਨਹੀਂ ਕਈ ਨਲ ਰਾਜੇ ਉੱਥੇ ਬੈਠੇ ਦਿਖਾਈ ਦਿੱਤੇ। ਪਰ ਉਸਨੇ ਇਕਾਗਰਚਿਤ ਹੋ ਕੇ ਅਸਲੀ ਨਲ ਲੱਭ ਲਿਆ ਕਿਉਂਕਿ ਦੇਵਤਿਆਂ ਦੇ ਸਰੀਰ ਉੱਤੇ ਨਾ ਮੁੜਕੇ ਦੀ ਕੋਈ ਬੂੰਦ ਸੀ, ਨਾ ਉਹ ਪਲਕਾਂ ਝਪਕ ਰਹੇ ਸਨ, ਨਾ ਉਹਨਾਂ ਦੇ ਪੈਰ ਧਰਤੀ ਨੂੰ ਛੂਹੰਦੇ ਸਨ ਅਤੇ ਨਾ ਹੀ ਉਹਨਾਂ ਦਾ ਕੋਈ ਪਰਛਾਵਾਂ ਸੀ। ਦਮਯੰਤੀ ਨੇ ਵਰਮਾਲਾ ਨਲ ਦੇ ਗਲ ਵਿੱਚ ਪਾ ਦਿੱਤੀ। ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਤੇ ਦੇਵਤਿਆਂ ਨੇ ਵੀ ਅਸ਼ੀਰਵਾਦ ਦਿੱਤਾ। ਨਲ ਅਤੇ ਦਮਯੰਤੀ ਦੋਵੇਂ ਖੁਸ਼ੀ ਰਹਿਣ ਲੱਗੇ। ਉਹਨਾਂ ਦੇ ਘਰ ਇੱਕ ਲੜਕੇ ਤੇ ਇੱਕ ਲੜਕੀ ਦਾ ਜਨਮ ਹੋਇਆ। ਇਸ ਦੌਰਾਨ ਕਲਯੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ ਤੇ ਉਸਨੇ ਰੰਗ ਵਿੱਚ ਭੰਗ ਪਾਉਣ ਲਈ ਨਲ ਦੇ ਅੰਦਰ ਨਿਵਾਸ ਕਰਨ ਤੇ ਉਸਨੂੰ ਰਾਜ ਭਾਗ ਤੋਂ ਵਾਂਝਾ ਕਰਨ ਦੀ ਸੋਚੀ ਤਾਂ ਜੋ ਦਮਯੰਤੀ ਉਸਨੂੰ ਪਿਆਰ ਨਾ ਕਰੇ। ਸਮਾਂ ਪਾ ਕੇ ਰਾਜੇ ਨਲ ਦੇ ਸਿਰ ਤੇ ਜੂਆ ਖੇਡਣ ਦਾ ਭੂਤ ਸਵਾਰ ਹੋ ਗਿਆ ਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਨਾਲ ਜੂਆ ਖੇਡਣ ਲੱਗ ਪਿਆ। ਕਲਯੁਗ ਦੇ ਪ੍ਰਭਾਵ ਕਾਰਨ ਨਲ ਜੂਏ ਵਿੱਚ ਹਾਰਦਾ ਹੈ ਤੇ ਪੁਸ਼ਕਰ ਜਿੱਤਦਾ ਚਲਾ ਗਿਆ। ਦਮਯੰਤੀ ਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇੱਕ ਨਾ ਮੰਨੀ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਲਾ ਕੇ ਆਪਣੇ ਦੋਵੇਂ ਬੱਚੇ ਆਪਣੇ ਪਿਤਾ ਕੋਲ ਭੇਜ ਦਿੱਤੇ। ਨਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ। ਬਸ ਉਹ ਆਪ ਸੀ ਤੇ ਇੱਕ ਦਮਯੰਤੀ ਸੀ। ਦੋਹਾਂ ਕੋਲ ਇੱਕ ਬਸਤਰ ਸੀ। ਪੁਸ਼ਕਰ ਨੇ ਨਲ ਦਾ ਰਾਜ ਜਿੱਤ ਕੇ ਪ੍ਰਜਾ ਨੂੰ ਹੁਕਮ ਦਿੱਤਾ ਕਿ ਨਲ ਅਤੇ ਦਮਯੰਤੀ ਦੀ ਕੋਈ ਬੰਦਾ ਸਹਾਇਤਾ ਨਾ ਕਰੇ ਤੇ ਨਾ ਹੀ ਉਹਨਾਂ ਨੂੰ ਅੰਨ ਪਾਣੀ ਦੇਵੇ। ਨਲ ਆਪਣਾ ਰਾਜ ਛੱਡ ਕੇ ਜੰਗਲ ਵੱਲ ਜਾਣ ਲੱਗਾ ਤਾਂ ਦਮਯੰਤੀ ਵੀ ਉਸ ਨਾਲ ਤੁਰ ਪਈ। ਨਲ ਨੇ ਉਸਨੂੰ ਜੰਗਲ ਦੇ ਦੁੱਖ ਦੱਸ ਕੇ ਆਪਣੇ ਪਿਤਾ ਕੋਲ ਜਾਣ ਦੀ ਸਲਾਹ ਦਿੱਤੀ। ਪਰ ਦਮਯੰਤੀ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਵਿਆਹ ਸਮੇਂ ਦੁੱਖ ਸੁੱਖ ਵਿੱਚ ਇਕੱਠਿਆਂ ਰਹਿਣ ਅਤੇ ਦਮਯੰਤੀ ਕਈ ਦਿਨਾਂ ਦੀ ਭੁੱਖ ਤੇ ਸਫ਼ਰ ਦੀ ਥਕਾਵਟ ਕਰਕੇ ਹਾਲੋਂ ਬੇਹਾਲ ਹੋ ਗਏ। ਇੱਕ ਸ਼ਾਮ ਉਹ ਇੱਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ ਕਿ ਥਕਾਵਟ ਕਾਰਨ ਦਮਯੰਤੀ ਕੂਕ ਸੌਂ ਗਈ ਪਰ ਰਾਜਾ ਨਲ ਚਿੰਤਾ ਕਾਰਨ ਜਾਗ ਰਿਹਾ ਸੀ। ਉਹ ਸੋਚਣ ਲੱਗਾ ਕਿ ਉਸ ਨਾਲ ਰਹਿਣ ਕਰਕੇ ਦਮਯੰਤੀ ਨੂੰ ਪਤਾ ਨਹੀਂ ਹੋਰ ਕਿਹੜੇ ਦੁੱਖ ਝੱਲਣੇ ਪੈਣਗੇ। ਪਰ ਨਾਲ ਹੀ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਜੇ ਉਹ ਦਮਯੰਤੀ ਨੂੰ ਸੁੱਤਿਆਂ ਛੱਡ ਕੇ ਜਾਣਾ ਬਿਹਤਰ ਸਮਝਿਆ। ਸਵੇਰ ਹੋਣ ਤੇ ਜਦੋਂ ਦਮਯੰਤੀ ਦੀ ਅੱਖ ਖੁੱਲੀ ਤਾਂ ਆਪਣੇ ਕੋਲ ਰਾਜਾ ਨਲ ਨੂੰ ਨਾ ਵੇਖ ਕੇ ਉਸਦੇ ਮਨ ਨੂੰ ਬਹੁਤ ਦੁੱਖ ਗੁਜ਼ਰਾ। ਉਹ ਪਾਗਲਾਂ ਵਾਂਗ ਉਸਨੂੰ ਟੂਰਦੀ ਹੋਈ ਤੇ ਰੋਂਦੀ ਹੋਈ ਜੰਗਲ ਵੱਲ ਚੱਲ ਪਈ। ਰਸਤੇ ਵਿੱਚ ਇੱਕ ਅਜਗਰ ਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਦਿੱਤਾ ਪਰ ਇੱਕ ਸ਼ਿਕਾਰੀ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਪਰ ਨਾਲ ਹੀ ਉਸ ਸ਼ਿਕਾਰੀ ਦੇ ਮਨ ਵਿੱਚ ਦਮਯੰਤੀ ਪ੍ਰਤੀ ਮੰਦ ਭਾਵਨਾ ਪੈਦਾ ਹੋ ਗਈ। ਆਪਣੀ ਪਤ ਦੀ ਰੱਖਿਆ ਲਈ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸਨੇ ਸ਼ਿਕਾਰੀ ਨੂੰ ਮਾਰ ਦਿੱਤਾ। ਰਾਜੇ ਨਲ ਦੀ ਭਾਲ ਵਿੱਚ ਦਮਯੰਤੀ ਵਿਲਕਦੀ ਕੁਰਲਾਉਂਦੀ ਜੰਗਲ ਵਿੱਚ ਭਟਕਦੀ ਰਹੀ। ਉਹ ਜੰਗਲ ਦੇ ਬਿਰਛਾਂ, ਬੂਟਿਆਂ ਅਤੇ ਪਰਬਤਾਂ ਤੋਂ ਪੁਕਾਰ ਕੇ ਰਾਜੇ ਨਲ ਬਾਰੇ ਪੁੱਛਦੀ। ਜੰਗਲ ਵਿੱਚ ਮਿਲੇ ਰਿਸ਼ੀਆਂ ਨੇ ਉਸਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਕਾਫਲੇ ਨਾਲ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ। ਇੱਥੋਂ ਦੀ ਰਾਜ ਮਾਤਾ ਦਮਯੰਤੀ ਦੀ ਮਾਸੀ ਸੀ। ਉਸਨੇ ਦਮਯੰਤੀ ਨੂੰ ਪਿਆਰ ਨਾਲ ਆਪਣੇ ਕੋਲ ਰੱਖਿਆ। ਕੁਝ ਦਿਨਾਂ ਪਿੱਛੋਂ ਰਾਜ ਮਾਤਾ ਨੇ ਦਮਯੰਤੀ ਨੂੰ ਉਸਦੇ ਪਿਤਾ ਕੋਲ ਭੇਜ ਦਿੱਤਾ। ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ ਰਾਜੇ ਨਲ ਦੀ ਭਾਲ ਵਿੱਚ 4 ਚੁਫੇਰੇ ਤੋੜ ਦਿੱਤੇ। ਉਧਰ ਰਾਜਾ ਨਲ ਕਈ ਪ੍ਰਕਾਰ ਦੇ ਕਸ਼ਟ ਚੱਲਦਾ ਹੋਇਆ ਰਾਜੇ ਰਿਤੂਪਰਣ ਕੋਲ ਚਲਾ ਗਿਆ।
ਇੱਥੇ ਉਹ ਭੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਹੁਣ ਉਸ ਦਾ ਖੂਬਸੂਰਤ ਸਰੀਰ ਬੇਪਛਾਣ ਹੋ ਗਿਆ ਸੀ। ਇਸ ਦੌਰਾਨ ਰਾਜੇ ਭੀਮ ਦਾ ਇੱਕ ਬ੍ਰਾਹਮਣ ਰਾਜੇ ਰਿਤੂਪਰਣ ਕੋਲ ਪੁੱਜਾ। ਰਾਜੇ ਨਾਲ ਗੱਲਬਾਤ ਕਰਦਿਆਂ ਬ੍ਰਾਹਮਣ ਨੂੰ ਸ਼ੱਕ ਪੈ ਗਿਆ। ਉਸਨੇ ਵਾਪਸ ਜਾ ਕੇ ਉਸ ਦਾ ਹੁਲੀਆ ਦਮਯੰਤੀ ਨੂੰ ਵੀ ਦੱਸਿਆ। ਦਮਯੰਤੀ ਨੇ ਰਾਜਾ ਨਲ ਨੂੰ ਮੁੜ ਮਿਲਣ ਲਈ ਅਤੇ ਉਸ ਦੇ ਰਾਜਾ ਨਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕੀਤਾ। ਇਸ ਸਵੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਹੀ ਰੱਖਿਆ ਗਿਆ ਸੀ ਤੇ ਨਾਲ ਹੀ ਉਸਨੇ ਸਵੰਬਰ ਦਾ ਸੁਨੇਹਾ ਕੇਵਲ ਰਾਜਾ ਰਿਤੂਪਰਣ ਨੂੰ ਹੀ ਭੇਜਿਆ। ਰਿਤੂਪਰਣ ਸਵੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਦਾ ਸਮੇਂ ਬਾਰੇ ਜਾਣ ਕੇ ਹੈਰਾਨ ਹੋਇਆ। ਰਾਜੇ ਨਲ ਨੇ ਰਿਤੂਪਰਣ ਨੂੰ ਕਿਹਾ ਕਿ ਉਹ ਉਸ ਨੂੰ ਸਵੰਬਰ ਵਿੱਚ ਸਮੇਂ ਸਿਰ ਪਹੁੰਚਾ ਦੇਵੇਗਾ। ਅਸਲ ਵਿੱਚ ਦਮਯੰਤੀ ਨੇ ਇਹ ਸਵੰਬਰ ਰਾਜਾ ਨਲ ਦੀ ਪਛਾਣ ਕਰਨ ਲਈ ਹੀ ਰੱਖਿਆ ਸੀ। ਉਸ ਨੂੰ ਪਤਾ ਸੀ ਕਿ ਰਾਜਾ ਨਲ ਹੀ ਇੰਨੇ ਥੋੜੇ ਸਮੇਂ ਵਿੱਚ ਘੋੜਿਆਂ ਨੂੰ ਇੰਨੀ ਦੂਰ ਭਜਾ ਕੇ ਲਿਆ ਸਕਦਾ ਹੈ। ਜਦੋਂ ਰਿਤੂਪਰਣ ਨੇ ਨਲ ਨੂੰ ਬਹੁਤ ਤੇਜ਼ੀ ਨਾਲ ਘੋੜਾ ਦੌੜਾਉਂਦਿਆਂ ਵੇਖਿਆ ਤਾਂ ਉਸਨੇ ਨਲ ਨੂੰ ਕਿਹਾ ਕਿ ਉਹ ਘੋੜੇ ਦੌੜਾਉਣ ਦੀ ਕਲਾ ਉਸ ਨੂੰ ਸਿਖਾਵੇ ਤੇ ਬਦਲੇ ਵਿੱਚ ਉਹ ਉਸ ਨੂੰ ਜੂਆ ਖੇਡਣ ਦੀ ਕਲਾ ਸਿਖਾਵੇਗਾ। ਉਸਨੇ ਰਾਜਾ ਨਲ ਨੂੰ ਜੂਏ ਦੇ ਗੁਰ ਦੱਸੇ ਅਤੇ ਨਲ ਨੇ ਉਸ ਨੂੰ ਘੋੜੇ ਦੌੜਾਉਣ ਦਾ ਭੇਦ ਦੱਸਿਆ। ਅੰਤ ਰਿਤੂਪਰਣ ਅਤੇ ਘੋੜੇ ਦੇ ਵਾਹਕ ਦੇ ਰੂਪ ਵਿੱਚ ਰਾਜਾ ਨਲ ਸਮੇਂ ਸਿਰ ਰਾਜੇ ਭੀਮ ਦੀ ਨਗਰੀ ਪੁੱਜੇ। ਉੱਥੇ ਰਾਜੇ ਨਲ ਨੂੰ ਕੋਈ ਪਛਾਣ ਨਾ ਸਕਿਆ। ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਲ ਨਾਲ ਸੰਪਰਕ ਕੀਤਾ। ਉਹ ਦਮਯੰਤੀ ਦੇ ਸਵੰਬਰ ਰਚਣ ਤੇ ਬੜਾ ਦੁਖੀ ਸੀ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਲਈ ਹੀ ਬਣਾਈ ਸੀ ਤਾਂ ਉਸ ਦੇ ਸਾਰੇ ਸ਼ੰਕੇ ਦੂਰ ਹੋ ਗਏ। ਰਾਜਾ ਨਲ ਦੇ ਦਮਯੰਤੀ ਅਤੇ ਬੱਚਿਆਂ ਨੂੰ ਮਿਲ ਪੈਣ ਤੇ ਸਾਰੇ ਬੜੇ ਖੁਸ਼ ਹੋਏ। ਕੁਝ ਸਮੇਂ ਪਿੱਛੋਂ ਰਾਜੇ ਨਲ ਨੇ ਆਪਣੇ ਭਰਾ ਪੁਸ਼ਕਰ ਕੋਲ ਜਾ ਕੇ ਉਸ ਨੂੰ ਮੁੜ ਜੂਆ ਖੇਡਣ ਲਈ ਵੰਗਾਰਿਆ। ਜੂਏ ਦੀ ਨਵੀਂ ਸਿੱਖੀ ਕਲਾ ਨਾਲ ਉਸਨੇ ਨਾ ਕੇਵਲ ਪੁਸ਼ਕਰ ਤੋਂ ਆਪਣਾ ਰਾਜ ਮੁੜ ਜਿੱਤ ਲਿਆ, ਸਗੋਂ ਪੁਸ਼ਕਰ ਦਾ ਸਾਰਾ ਰਾਜ ਵੀ ਜਿੱਤ ਲਿਆ, ਪਰ ਉਸਨੇ ਪੁਸ਼ਕਰ ਦਾ ਰਾਜ ਉਸ ਨੂੰ ਵਾਪਸ ਕਰ